ਅੱਜ ਦੇ ਇਸ ਲੈਕਚਰ ਸੈਸ਼ਨ ਵਿੱਚ ਆਪਾਂ ਆਰਗੇਨਾਈਜੇਸ਼ਨਲ ਚੇਂਜ ਦੀ ਇੰਟਰੋਡਕਸ਼ਨ ਡਿਸਕਸ ਕਰਾਂਗੇ। ਸੋ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਸਭ ਤੋਂ ਪਹਿਲਾਂ ਆਪਾਂ ਡੈਫੀਨੇਸ਼ਨ ਕਰਦੇ ਹਾਂ। ਸੋ ਆਰਗੇਨਾਈਜੇਸ਼ਨਲ ਚੇਂਜ ਇੱਕ ਉਹ ਪ੍ਰੋਸੈਸ ਹੈ ਜਿਹਦੇ ਨਾਲ ਇੱਕ ਬਿਜ਼ਨਸ ਆਰਗੇਨਾਈਜੇਸ਼ਨ ਆਪਣਾ ਸਟਰਕਚਰ ਚੇਂਜ ਕਰਦਾ ਹੈ, ਆਪਣੇ ਕੰਮ ਕਰਨ ਦੇ ਤਰੀਕੇ, ਆਪਰੇਸ਼ਨਲ ਮੈਥਡਸ ਚੇਂਜ ਕਰਦਾ ਹੈ। ਕਈ ਵਾਰ ਨਵੀਂ ਟੈਕਨੋਲੋਜੀ ਇੰਟਰੋਡਿਊਸ ਹੁੰਦੀ ਹੈ, ਉਦੋਂ ਵੀ ਉਹਨੂੰ ਆਪਣਾ ਸਾਰਾ ਸਟਰਕਚਰ, ਉਹਨਾਂ ਨੂੰ ਆਪਣੇ EMPLOYEES ਨੂੰ ਟ੍ਰੇਨ ਕਰਨਾ ਪੈਂਦਾ, ਨਵੇਂ EMPLOYEES ਹਾਇਰ ਕਰਨੇ ਪੈਂਦੇ ਆ, ਨਵੇਂ ਮਸ਼ੀਨਸ ਐਂਡ ਟੂਲਸ ਲੈਣੇ ਪੈਂਦੇ ਆ। ਉਹ ਸਾਰਾ ਕੁਛ ਨੂੰ ਆਪਾਂ ਆਰਗੇਨਾਈਜੇਸ਼ਨਲ ਚੇਂਜ ਕਹਿੰਦੇ ਆ। ਸੋ ਇਹਦੇ ਨਾਲ ਆਰਗੇਨਾਈਜੇਸ਼ਨ ਦਾ ਓਵਰਆਲ ਕਲਚਰ ਵੀ ਚੇਂਜ ਹੋ ਜਾਂਦਾ ਹੈ, ਉਹਨਾਂ ਦੇ ਕੰਮ ਕਰਨ ਦਾ ਤਰੀਕਾ ਚੇਂਜ ਹੋ ਜਾਂਦਾ ਹੈ। ਕਈ ਵਾਰੀ ਆਰਗੇਨਾਈਜੇਸ਼ਨ ਚੇਂਜ ਹੈ ਜਿਹੜੀ ਉਹ ਅਲੱਗ-ਅਲੱਗ ਪਾਰਟਸ ਵਿੱਚ ਹੁੰਦੀ ਹੈ, ਲਾਈਕ ਬ੍ਰਾਂਚ ਵਾਈਜ਼ ਹੋ ਜਾਂਦੀ ਹੈ ਜਾਂ ਡਿਪਾਰਟਮੈਂਟ ਵਾਈਜ਼ ਹੋ ਜਾਂਦੀ ਹੈ। ਐਂਡ ਸਮਟਾਈਮਸ ਕੀ ਹੁੰਦਾ ਆਪਾਂ ਪੂਰੀ ਆਰਗੇਨਾਈਜੇਸ਼ਨ ਨੂੰ ਹੀ ਚੇਂਜ ਕਰ ਦਿੰਦੇ ਹਾਂ। ਸੋ ਇਹ ਆਪਾਂ ਕਿਉਂ ਕਰਦੇ ਹਾਂ ਆਰਗੇਨਾਈਜੇਸ਼ਨਲ ਚੇਂਜ, ਜਾਂ ਆਪਾਂ ਨੂੰ ਕਿਉਂ ਕਰਨੀ ਪੈਂਦੀ ਹੈ? ਕਈ ਵਾਰੀ ਕੀ ਹੁੰਦਾ ਆਪਣੇ ਓਪਰੇਸ਼ਨਸ ਡੋਮੈਸਟਿਕ ਹੈ, ਮੰਨ ਲਓ ਆਪਾਂ ਇੱਕ ਕੰਟਰੀ ਵਿੱਚ ਓਪਰੇਟ ਕਰ ਰਹੇ ਹਾਂ। ਜਦੋਂ ਆਪਾਂ ਆਪਣੇ ਬਿਜ਼ਨਸ ਓਪਰੇਸ਼ਨਸ ਨੂੰ ਗਲੋਬਲ ਲੈਵਲ 'ਤੇ ਲੈ ਕੇ ਜਾਵਾਂਗੇ, ਦੂਸਰੇ ਕੰਟਰੀਜ਼ ਵਿੱਚ ਆਪਾਂ ਆਪਣਾ ਬਿਜ਼ਨਸ ਸੈਟਅਪ ਕਰਾਂਗੇ, ਤਾਂ ਉੱਥੋਂ ਦੇ ਜਿਹੜੇ ਵਰਕਿੰਗ ਇਨਵਾਇਰਮੈਂਟ ਹੈ, ਬਿਜ਼ਨਸ ਇਨਵਾਇਰਮੈਂਟ ਹੈ, ਉਹਦੇ ਨਾਲ ਅਡੈਪਟ ਕਰਨ ਲਈ ਆਪਾਂ ਨੂੰ ਆਪਣੇ ਬਿਜ਼ਨਸ ਵਿੱਚ ਚੇਂਜਸ ਲੈ ਕੇ ਆਉਣਗੀਆਂ। ਫਿਰ ਕਈ ਵਾਰੀ ਤੁਹਾਡੇ ਡੋਮੈਸਟਿਕ ਜਾਂ ਇੰਟਰਨੈਸ਼ਨਲ ਕੰਪੀਟੀਸ਼ਨ ਇਹੋ ਜਿਹਾ ਹੁੰਦਾ ਹੈ ਕਿ ਉਸ ਕੰਪੀਟੀਸ਼ਨ ਨੂੰ ਬੀਟ ਕਰਨ ਵਾਸਤੇ, ਕੰਪੀਟੀਟਿਵ ਐਜ ਲੈਣ ਵਾਸਤੇ ਤੁਹਾਨੂੰ ਕੁਛ ਨਾ ਕੁਛ ਬਿਜ਼ਨਸ ਵਿੱਚ ਚੇਂਜਸ ਲੈ ਕੇ ਆਉਣੀਆਂ ਪੈਂਦੀਆਂ। ਫਿਰ ਤੁਸੀਂ ਆਪਣਾ ਪਰਫਾਰਮੈਂਸ ਇੰਪਰੂਵ ਕਰਨੀ ਹੈ, ਆਪਣੇ ਪ੍ਰੋਫਿਟਸ ਇੰਪਰੂਵ ਕਰਨੇ ਆ, ਉਹਦੇ ਲਈ ਚੇਂਜ ਜ਼ਰੂਰੀ ਹੈ। ਫਿਰ ਕਈ ਵਾਰੀ ਕੀ ਹੁੰਦਾ, ਮਰਜਰਸ ਐਂਡ ਐਕੁਜ਼ੀਸ਼ਨਸ ਹੁੰਦੇ ਕਿ ਇੱਕ ਕੰਪਨੀ ਦੂਸਰੀ ਕੰਪਨੀ ਨੂੰ ਐਕਵਾਇਰ ਕਰ ਲੈਂਦੀ ਹੈ, ਜਾਂ ਦੋ ਕੰਪਨੀਆਂ ਇਕੱਠੀਆਂ ਹੋ ਜਾਂਦੀਆਂ, ਉਦੋਂ ਵੀ ਓਵਰਆਲ ਚੇਂਜਸ ਆਉਂਦੀਆਂ। ਉਹਦੇ HR ਡਿਪਾਰਟਮੈਂਟ ਵਿੱਚ ਚੇਂਜ ਆਉਂਦੀ ਹੈ, ਉਹਦੇ ਫਾਈਨਾਂਸ ਡਿਪਾਰਟਮੈਂਟ, ਮਾਰਕੀਟਿੰਗ ਪਾਲਿਸੀਜ਼ ਵਿੱਚ ਚੇਂਜ ਆਉਂਦੀ ਹੈ। ਸੋ ਇੱਕ ਆਰਗੇਨਾਈਜੇਸ਼ਨ ਨੂੰ ਸਸਟੇਨ ਕਰਨ ਵਿੱਚ ਚੇਂਜ ਦਾ ਬਹੁਤ ਅਹਿਮ ਯੋਗਦਾਨ ਹੈ ਕਿ ਮਾਰਕੀਟ ਕੰਡੀਸ਼ਨਸ ਦੇ ਅਕੋਰਡਿੰਗ ਹੀ ਆਪਾਂ ਆਪਣੀ ਬਿਜ਼ਨਸ ਆਰਗੇਨਾਈਜੇਸ਼ਨ ਨੂੰ ਚੇਂਜ ਕਰਨਾ ਹੁੰਦਾ ਹੈ, ਜਿਹਦੇ ਨਾਲ ਆਪਣੀ ਬਿਜ਼ਨਸ ਦਾ ਸਰਵਾਈਵਲ ਬਹੁਤ ਈਜ਼ੀ ਹੋ ਜਾਂਦਾ ਹੈ। ਜਦੋਂ ਵੀ ਕੋਈ ਆਰਗੇਨਾਈਜੇਸ਼ਨਲ ਚੇਂਜ ਪ੍ਰੋਸੈਸ ਇਨੀਸ਼ੀਏਟ ਹੁੰਦੀ ਹੈ ਤਾਂ ਉਹਨੂੰ ਦੋ ਫੋਰਸਿਸ ਅਫੈਕਟ ਕਰਦੇ ਹੈ, ਠੀਕ ਹੈ। ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਕੁਝ ਫੋਰਸ ਇਹੋ ਜਿਹੇ ਹੁੰਦੇ ਹੈ ਜਾਂ EMPLOYEES ਇਹੋ ਜਿਹੇ ਹੁੰਦੇ ਹੈ ਜਿਹੜੇ ਉਹਨੂੰ ਅਪੋਜ਼ ਕਰਦੇ ਹੈ, ਕੁਝ EMPLOYEES ਇਹੋ ਜਿਹੇ ਹੁੰਦੇ ਜੋ ਉਹਨੂੰ ਸਪੋਰਟ ਕਰਦੇ ਹੈ। ਸੋ ਇਹਨਾਂ ਦੋ ਫੋਰਸਿਸ ਨੂੰ ਆਪਾਂ ਡਰਾਈਵਿੰਗ ਫੋਰਸ ਕਹਿ ਦਿੰਦੇ ਹਾਂ ਅਤੇ ਰਿਸਟ੍ਰੇਨਿੰਗ ਫੋਰਸਿਸ ਕਹਿ ਦਿੰਦੇ ਹਾਂ। ਡਰਾਈਵਿੰਗ ਫੋਰਸਿਸ ਬੇਸਿਕਲੀ ਉਹ ਹੁੰਦੇ ਹੈ ਜੋ ਆਰਗੇਨਾਈਜੇਸ਼ਨਲ ਚੇਂਜ ਨੂੰ ਸਪੋਰਟ ਕਰਦੇ ਹੈ। ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹ ਚੇਂਜ ਸਾਡੇ ਬਿਜ਼ਨਸ ਲਈ, ਸਾਡੇ ਲਈ ਬਹੁਤ ਇੰਪੋਰਟੈਂਟ ਹੈ, ਇਹਦੇ ਨਾਲ ਸਾਡੀ ਆਰਗੇਨਾਈਜੇਸ਼ਨ ਦੀ ਗਰੋਥ ਹੋਊ, ਪ੍ਰੋਫਿਟਸ ਹੋਣਗੇ। ਅਤੇ ਦੂਸਰੇ ਫੋਰਸਿਸ ਆ ਜਾਂਦੇ ਹੈ ਰਿਸਟ੍ਰੇਨਿੰਗ ਫੋਰਸਿਸ। ਸੋ ਇਹ ਕੀ ਕਰਦੇ ਆ, ਤੁਹਾਡੀ ਆਰਗੇਨਾਈਜੇਸ਼ਨਲ ਚੇਂਜ ਨੂੰ ਰਜਿਸਟ ਕਰਦੇ ਹੈ, ਠੀਕ ਹੈ। ਇਹਨਾਂ ਨੂੰ ਇਹ ਲੱਗਦਾ ਕਿ ਇਸ ਆਰਗੇਨਾਈਜੇਸ਼ਨਲ ਚੇਂਜ ਨਾਲ ਸਾਡੀ ਜੌਬ 'ਤੇ ਇਨਸਿਕਿਉਰਿਟੀ ਹੋਏਗੀ, ਸਾਡੀ ਆਰਗੇਨਾਈਜੇਸ਼ਨ ਲਈ ਇਹ ਚੇਂਜ ਇੱਕ ਹਾਰਮਫੁਲ ਪ੍ਰੋਸੈਸ ਹੈ। ਸੋ ਬੇਸਿਕਲੀ ਜਿਹੜਾ ਆਰਗੇਨਾਈਜੇਸ਼ਨਲ ਚੇਂਜ ਏਜੰਟਸ ਹੁੰਦੇ ਆ, ਜਾਂ ਜਿਹੜੇ ਬੰਦੇ ਆਰਗੇਨਾਈਜੇਸ਼ਨਲ ਚੇਂਜ ਨੂੰ ਲਿਆਉਣ ਵਿੱਚ ਹੈਲਪ ਕਰਦੇ ਆ, ਉਹਨਾਂ ਦਾ ਹਮੇਸ਼ਾ ਇਹੀ ਮੋਟਿਵ ਹੁੰਦਾ ਹੈ ਕਿ ਜਿਹੜੇ ਡਰਾਈਵਿੰਗ ਫੋਰਸਿਸ ਹੈ ਉਹਨਾਂ ਨੂੰ ਉਹ ਇਨਕਰੀਜ਼ ਕਰਨ, ਅਤੇ ਜਿਹੜੇ ਰਿਸਟ੍ਰੇਨਿੰਗ ਫੋਰਸਿਸ ਹੈ ਉਹਨਾਂ ਨੂੰ ਉਹ ਰਿਡਿਊਸ ਕਰਨ। ਸੋ ਉਹਦੇ ਨਾਲ ਕੀ ਹੁੰਦਾ, ਜਿਹੜਾ ਆਰਗੇਨਾਈਜੇਸ਼ਨਲ ਚੇਂਜ ਹੈ ਉਹ ਈਜ਼ੀ ਆ ਜਾਂਦਾ ਹੈ, ਕਿਉਂਕਿ ਉਹਨਾਂ ਦੀ ਅਪੋਜੀਸ਼ਨ ਘਟ ਜਾਂਦੀ ਹੈ। ਸੋ ਇਹਨਾਂ ਨੂੰ ਆਪਾਂ ਡਰਾਈਵਿੰਗ ਫੋਰਸਿਸ ਕਹਿੰਦੇ। ਜਿੱਦਾਂ ਇਹ ਡਾਇਗਰਾਮ ਵਿੱਚ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਨੀਚੇ ਵਾਲੇ ਫੋਰਸਿਸ ਹੈ ਉਹ ਉਹਨੂੰ ਡਰਾਈਵ ਕਰ ਰਹੇ ਹੈ, ਜਿਹੜੇ ਉੱਪਰ ਤੋਂ ਐਰੋ ਹੈ ਉਹ ਚੇਂਜ ਨੂੰ ਦਬਾ ਰਹੇ ਹੈ, ਚੇਂਜ ਨੂੰ ਹੋਣ ਤੋਂ ਰੋਕਣ ਰਹੇ ਹੈ। ਨੈਕਸਟ ਆ ਜਾਂਦਾ ਫੀਚਰਸ ਆਫ ਚੇਂਜ। ਸੋ ਚੇਂਜ ਇੰਟਰਨਲ ਫੈਕਟਰਸ ਕਰਕੇ ਹੋ ਸਕਦੀ ਹੈ, ਜੋ ਤੁਹਾਡੇ ਆਰਗੇਨਾਈਜੇਸ਼ਨ ਦੇ ਅੰਦਰਲੇ ਫੈਕਟਰਸ ਹੁੰਦੇ, ਅਤੇ ਐਕਸਟਰਨਲ ਬਿਜ਼ਨਸ ਫੈਕਟਰਸ ਕਰਕੇ ਹੋ ਸਕਦੀ ਹੈ, ਜਿਵੇਂ ਕਿ ਕੰਪੀਟੀਸ਼ਨ ਕਰਕੇ ਚੇਂਜ ਆ ਸਕਦੀ ਹੈ, ਸਪਲਾਇਰਸ ਕਰਕੇ ਆ ਸਕਦੀ ਹੈ, ਅਵੇਲੇਬਿਲਿਟੀ ਆਫ ਰॉ ਮਟੀਰੀਅਲ ਕਰਕੇ ਆ ਸਕਦੀ ਹੈ, ਗਵਰਨਮੈਂਟ ਪਾਲਿਸੀਜ਼ ਕਰਕੇ ਆ ਸਕਦੀ ਹੈ। ਫਿਰ ਚੇਂਜ ਇੱਕ ਕੰਟੀਨਿਊਸ ਪ੍ਰੋਸੈਸ ਹੈ, ਜਿਵੇਂ ਜਿਵੇਂ ਆਪਣੇ ਬਿਜ਼ਨਸ ਇਨਵਾਇਰਮੈਂਟ ਵਿੱਚ ਚੇਂਜਸ ਹੁੰਦੀਆਂ ਰਹਿੰਦੀਆਂ, ਉੱਦਾਂ ਹੀ ਆਪਾਂ ਆਪਣੇ ਬਿਜ਼ਨਸ ਵਿੱਚ ਚੇਂਜਸ ਲੈ ਕੇ ਆਉਂਦੇ ਰਹਿੰਦੇ ਅਕੋਰਡਿੰਗਲੀ। ਫਿਰ ਚੇਂਜ ਕਿਸ ਤਰ੍ਹਾਂ ਤੁਹਾਡੇ ਬਿਜ਼ਨਸ ਵਿੱਚ ਆ ਸਕਦੀ ਹੈ, ਤੁਸੀਂ ਆਪਣੀ HRM ਦੀਆਂ ਪਾਲਿਸੀਜ਼ ਨੂੰ ਚੇਂਜ ਕਰ ਸਕਦੇ ਹੋ, ਸੈਲਰੀ ਵੇਜ ਸਟਰਕਚਰ ਵਿੱਚ ਚੇਂਜਸ ਲਿਆ ਸਕਦੇ ਹੋ, ਆਪਣੀ ਆਰਗੇਨਾਈਜੇਸ਼ਨ ਵਿੱਚ ਨਵੀਂ ਟੈਕਨੋਲੋਜੀ ਇੰਟਰੋਡਿਊਸ ਕਰ ਸਕਦੇ ਹੋ, ਪ੍ਰੋਡਕਸ਼ਨ ਪਾਲਿਸੀਜ਼ ਵਿੱਚ ਚੇਂਜ ਲਿਆ ਸਕਦੇ ਹੋ। ਫਿਰ ਚੇਂਜ ਇੱਕ ਪ੍ਰੋਐਕਟਿਵ ਵੀ ਹੋ ਸਕਦੀ ਹੈ ਔਰ ਰਿਐਕਟਿਵ ਵੀ ਹੋ ਸਕਦੀ ਹੈ। ਪ੍ਰੋਐਕਟਿਵ ਕੀ ਹੁੰਦਾ, ਜਦੋਂ ਇੱਕ ਬਿਜ਼ਨਸ ਆਰਗੇਨਾਈਜੇਸ਼ਨ ਆਪਣੇ ਤੋਂ ਹੀ ਚੇਂਜ ਨੂੰ ਇਨੀਸ਼ੀਏਟ ਕਰਦਾ ਹੈ ਕਿ ਉਹ ਚੇਂਜ ਹਜੇ
एक्सटर्नल बिजनेस इन्वायरमेंट ਵਿੱਚ ਉੱਦਾਂ ਦਾ ਚੇਂਜ ਨਹੀਂ ਆਇਆ ਹੁੰਦਾ, ਬਟ ਤੁਹਾਡੀ ਆਰਗੇਨਾਈਜੇਸ਼ਨ ਵਿੱਚ ਹੀ ਉਹੋ ਜਿਹਾ ਕੋਈ ਬਦਲਾਅ ਆਉਂਦਾ ਹੈ। ਅਤੇ ਰਿਐਕਟਿਵ ਚੇਂਜ ਇੱਕ ਹੋਰ ਚੇਂਜ ਹੁੰਦੀ ਹੈ ਜਦੋਂ ਤੁਸੀਂ ਐਕਸਟਰਨਲ ਫੈਕਟਰਸ ਜਾਂ ਐਕਸਟਰਨਲ ਫੋਰਸਿਸ ਦੇ ਪ੍ਰੈਸ਼ਰ ਕਾਰਨ ਤੁਸੀਂ ਆਪਣੇ ਬਿਜ਼ਨਸ ਸਟਰਕਚਰ ਵਿੱਚ ਕੋਈ ਨਾ ਕੋਈ ਚੇਂਜ ਲੈ ਕੇ ਆਉਂਦੇ ਹੋ। ਫਿਰ ਇਨਵਾਇਰਮੈਂਟਲ ਫੈਕਟਰਸ ਚੇਂਜ ਨੂੰ ਬਹੁਤ ਇੰਪੈਕਟ ਕਰਦੇ ਹੈ, ਜਿਵੇਂ ਕਿ ਲਾਸਟ 2 ਇਅਰਸ ਵਿੱਚ ਡਿਊ ਟੂ ਕੋਵਿਡ ਬਿਜ਼ਨਸ ਦੇ ਵਿੱਚ ਬਹੁਤ ਚੇਂਜ ਆਇਆ। ਕਈ ਬਿਜ਼ਨਸਿਸ ਬਿਲਕੁਲ ਸ਼ਟ ਡਾਊਨ ਹੋ ਗਏ ਔਰ ਕਈਆਂ ਨੇ ਆਪਣੇ ਫਿਜ਼ੀਕਲ ਸਟੋਰਸ ਨੂੰ ਬੰਦ ਕਰਕੇ ਆਨਲਾਈਨ ਬਿਜ਼ਨਸ ਸ਼ੁਰੂ ਕਰ ਲਿਆ। ਸੋ ਜਿੰਨੇ ਵੀ ਇਨਵਾਇਰਮੈਂਟਲ ਫੈਕਟਰਸ ਨੇ ਉਹ ਤੁਹਾਡੇ ਬਿਜ਼ਨਸ ਨੂੰ ਬਹੁਤ ਇੰਪੈਕਟ ਕਰਦੇ ਹੈ। ਫਿਰ ਕਈ ਵਾਰੀ ਤੁਹਾਡੇ ਬਿਜ਼ਨਸ ਨੂੰ ਸਰਵਾਈਵ ਕਰਨ ਵਿੱਚ ਜਾਂ ਉਹਨੂੰ ਸਸਟੇਨ ਕਰਨ ਵਿੱਚ ਚੇਂਜ ਦਾ ਬਹੁਤ ਇੰਪੋਰਟੈਂਟ ਯੋਗਦਾਨ ਹੁੰਦਾ ਹੈ। ਅਗਰ ਤੁਸੀਂ ਕੰਪੀਟੀਸ਼ਨ ਨੂੰ ਫਾਈਟ ਕਰਨਾ ਹੈ ਤਾਂ ਤੁਹਾਨੂੰ ਕੁਛ ਨਾ ਕੁਛ ਚੇਂਜ ਹਮੇਸ਼ਾ ਲੈ ਕੇ ਆਉਣੀ ਪੈਂਦੀ ਹੈ ਤੁਹਾਡੇ ਕੰਪੀਟੀਸ਼ਨ ਦੇ ਕੰਪੈਰੇਟਿਵਲੀ। ਫਿਰ ਇਹਦੇ ਵਿੱਚ ਚੇਂਜ ਏਜੰਟ ਦਾ ਹੋਣਾ ਬਹੁਤ ਜ਼ਰੂਰੀ ਹੈ। ਚੇਂਜ ਏਜੰਟ ਬੇਸਿਕਲੀ ਇੱਕੋ ਇੰਡੀਵਿਜੂਅਲ ਹੁੰਦਾ ਹੈ ਜੋ ਇੱਕ ਬ੍ਰਿਜ ਦਾ ਕੰਮ ਕਰਦਾ ਬਿਟਵੀਨ ਦੀ ਆਰਗੇਨਾਈਜੇਸ਼ਨ ਅਤੇ EMPLOYEES ਵਿੱਚ। ਉਹ EMPLOYEES ਨੂੰ ਦੱਸਦਾ ਹੈ ਕਿ ਇਹ ਚੇਂਜ ਕਿਉਂ ਬੈਨੀਫੀਸ਼ੀਅਲ ਹੈ, ਅਤੇ ਚੇਂਜ ਨੂੰ ਸਮੂਥਲੀ ਇੰਪਲੀਮੈਂਟ ਕਰਨ ਵਿੱਚ ਚੇਂਜ ਏਜੰਟ ਦਾ ਬਹੁਤ ਇੰਪੋਰਟੈਂਟ ਰੋਲ ਹੁੰਦਾ ਹੈ। ਸੋ ਇਹ ਨੇ ਇੰਪੋਰਟੈਂਟ ਫੀਚਰਸ ਆਫ ਚੇਂਜ। ਸੋ ਇਹ ਕੁਛ ਕੁ ਬਿਜ਼ਨਸ ਆਰਗੇਨਾਈਜੇਸ਼ਨਸ ਨੇ ਜਿਨ੍ਹਾਂ ਨੇ ਆਪਣੇ ਬਿਜ਼ਨਸ ਨੂੰ ਸਰਵਾਈਵ ਕਰਾਉਣ ਲਈ ਕੁਛ ਨਾ ਕੁਛ ਚੇਂਜਸ ਇੰਪਲੀਮੈਂਟ ਕੀਤੇ ਅਤੇ ਉਹ ਚੇਂਜਸ ਸਕਸੈਸਫੁਲ ਰਹੇ। ਸੋ ਅੱਜ ਦੇ ਲੈਕਚਰ ਸੈਸ਼ਨ ਵਿੱਚ ਸਿਰਫ ਇੰਨਾ ਹੀ। ਅਗਲੇ ਲੈਕਚਰ ਸੈਸ਼ਨ ਵਿੱਚ ਆਪਾਂ ਫੈਕਟਰਸ ਜਿਹੜੇ ਚੇਂਜ ਲਈ ਰਿਸਪੋਂਸੀਬਲ ਹੈ ਉਹ ਡਿਸਕਸ ਕਰਾਂਗੇ। ਐਕਸਟਰਨਲ ਅਤੇ ਇੰਟਰਨਲ ਫੈਕਟਰਸ ਕਹਿ ਦਿੰਦੇ ਹਾਂ, ਅਤੇ ਆਪਾਂ ਰੈਜ਼ਿਸਟੈਂਸ ਟੂ ਚੇਂਜ ਟੌਪਿਕ ਬਾਰੇ ਡਿਸਕਸ ਕਰਾਂਗੇ। ਥੈਂਕ ਯੂ।